हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 8ਵੇਂ ਚੈਪਟਰ ਦ ਹੈਰੀਟੇਜ ਆਫ ਇੰਡੀਆ ਜਿਸ ਨੂੰ ਕਿ ਏ.ਐਲ. ਬੈਸ਼ਮ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੇ ਆਪਾਂ ਕੁਐਸਚਨ ਆਨਸਰਸ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਮੈਂ ਆਲਰੇਡੀ ਦ ਹੈਰੀਟੇਜ ਆਫ ਇੰਡੀਆ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ 2 ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੇ ਰਾਈਟਰ ਏ.ਐਲ. ਬੈਸ਼ਮ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਤੁਹਾਡੇ ਨਾਲ ਡਿਸਕਸ ਕੀਤਾ ਹੈ ਅਤੇ ਨਾਲ ਹੀ ਉਸ ਵੀਡੀਓ ਦੇ ਵਿੱਚ ਮੈਂ ਪੇਜ ਨੰਬਰ 43 ਤੇ ਆਏ ਪਹਿਲਾ ਪੈਰਾ ਅਤੇ ਦੂਸਰੇ ਪੈਰੇ ਦਾ ਕੁਝ ਹਿੱਸਾ ਡਿਸਕਸ ਕੀਤਾ ਹੈ। ਇਸੇ ਤਰ੍ਹਾਂ 44 ਪੇਜ ਨੰਬਰ ਤੇ ਮੈਂ ਦੂਸਰੇ ਪੈਰੇ ਦਾ ਬਾਕੀ ਹਿੱਸਾ ਤੁਹਾਡੇ ਨਾਲ ਡਿਸਕਸ ਕੀਤਾ ਹੈ। ਉਮੀਦ ਹੈ ਬੱਚਿਓ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਚੈਪਟਰ ਦੇ ਪਹਿਲੇ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰਾ ਐਨਾਲਿਸਿਸ ਤੇ ਐਕਸਪਲੇਨੇਸ਼ਨ ਦੇਖ ਸਕਦੇ ਹੋ। ਇਸੇ ਤਰ੍ਹਾਂ ਬੱਚਿਓ ਇਸ ਚੈਪਟਰ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਪੇਜ ਨੰਬਰ 44 ਤੇ ਮੌਜੂਦ ਪੈਰਾ ਨੰਬਰ 3, ਪੈਰਾ ਨੰਬਰ 4 ਅਤੇ ਪੇਜ ਨੰਬਰ 45 ਤੇ ਮੌਜੂਦ ਪੈਰਾ ਨੰਬਰ 5 ਵੀ ਤੁਹਾਡੇ ਨਾਲ ਡਿਸਕਸ ਕੀਤਾ ਹੈ ਅਤੇ ਨਾਲ ਹੀ ਇਸ ਚੈਪਟਰ ਦੇ ਵਿੱਚ ਜੋ ਨੋਟਸ ਦੇ ਸੈਕਸ਼ਨ ਦੇ ਵਿੱਚ ਜੋ ਲਿਟਰੇਰੀ ਟਰਮਸ ਆਈਆਂ ਨੇ ਉਹ ਵੀ ਤੁਹਾਨੂੰ ਮੈਂ ਨਾਲੋਂ ਨਾਲ ਐਕਸਪਲੇਨ ਕੀਤੀਆਂ ਨੇ। ਉਮੀਦ ਹੈ ਬੱਚਿਓ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਚੈਪਟਰ ਦੇ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰਾ ਐਨਾਲਿਸਿਸ ਤੇ ਐਕਸਪਲੇਨੇਸ਼ਨ ਦੇਖ ਸਕਦੇ ਹੋ। ਸਟੂਡੈਂਟ, ਤੁਹਾਡੇ ਚੈਪਟਰ ਦੇ ਟੈਕਸਟ ਦੇ ਐਂਡ ਤੇ ਪੇਜ ਨੰਬਰ 46 ਤੇ ਕੰਪਰੀਹੈਂਸ਼ਨ ਵਾਲੀ ਐਕਸਰਸਾਈਜ਼ ਦੇ ਵਿੱਚ ਤੁਹਾਨੂੰ ਇਸ ਚੈਪਟਰ ਦੇ ਕੁਐਸਚਨ ਆਨਸਰ ਦਿੱਤੇ ਗਏ ਨੇ। ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤਾਂ ਇਹ ਟੋਟਲ 6 ਕੁਐਸਚਨਸ ਨੇ। ਤਾਂ ਮੈਂ ਅੱਜ ਜੋ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਇਆ ਬੱਚਿਓ, ਇਸ ਦੇ ਵਿੱਚ ਮੈਂ ਇਹ ਸਾਰੇ ਕੁਐਸਚਨਸ ਦੇ ਆਨਸਰਸ ਇਨਕਲੂਡ ਕੀਤੇ ਨੇ ਅਤੇ ਇਸ ਤੋਂ ਇਲਾਵਾ ਵੀ ਜੋ ਮੈਨੂੰ ਲੱਗਦਾ ਹੈ ਕਿ ਚੈਪਟਰ ਦੇ ਵਿੱਚ ਜੋ ਵੀ ਕੁਐਸਚਨ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਪੁੱਛੇ ਜਾ ਸਕਦੇ ਨੇ ਮੈਂ ਉਹ ਵੀ ਇਨਕਲੂਡ ਕੀਤੇ ਨੇ ਅਤੇ ਮੈਂ ਇਹਨਾਂ ਦੇ ਆਨਸਰਸ ਬਹੁਤ ਹੀ ਈਜ਼ੀ ਸੈਂਟੈਂਸਿਸ ਦੇ ਵਿੱਚ ਫਰੇਮ ਕੀਤੇ ਨੇ। ਉਮੀਦ ਹੈ ਬੱਚਿਓ ਤੁਹਾਨੂੰ ਇਹ ਕੁਐਸਚਨ ਆਨਸਰਸ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਉਣਗੇ। ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਦੇ ਸਿਲੇਬਸ ਦੇ ਬਹੁਤ ਸਾਰੇ ਚੈਪਟਰਸ ਕਵਰ ਕਰ ਲਏ ਨੇ, ਜਿਨ੍ਹਾਂ ਦੇ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦਾ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਦੂਸਰਾ ਚੈਪਟਰ ਆ ਮੋਸਟ ਫੋਰਗਿਵਿੰਗ ਏਪ, ਤੀਸਰਾ ਚੈਪਟਰ ਆ ਯੰਗ ਟਰਕਿਸ਼ ਕੈਟਾਸਟ੍ਰਫੀ, ਚੌਥਾ ਚੈਪਟਰ ਆ ਟਾਈਨੀ ਸੈਂਚੁਰੀ, ਪੰਜਵਾਂ ਚੈਪਟਰ ਮਨੋ ਮਜਰਾ ਅਤੇ ਛੇਵਾਂ ਚੈਪਟਰ ਜਮਾਈਕਨ ਫਰੈਗਮੈਂਟ ਸ਼ਾਮਿਲ ਨੇ। ਅਸੀਂ ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਕੁਐਸਚਨ ਆਨਸਰਸ ਦੇ ਵੀਡੀਓ ਕਵਰ ਕਰ ਲਏ ਨੇ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਲਸ ਦੇ ਕਾਫੀ ਚੈਪਟਰ, ਜਿਵੇਂ ਕਿ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਚੌਥਾ ਚੈਪਟਰ ਦਾ ਗੈਂਬਲਿੰਗ ਮੈਚ, ਸੱਤਵਾਂ ਚੈਪਟਰ ਦਾ ਇਟਰਨਲ ਵਾਈ, ਇਹਨਾਂ ਚੈਪਟਰਾਂ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਕੁਐਸਚਨ ਆਨਸਰਸ ਕਵਰ ਕਰ ਲਈ ਹੈ। ਇਸੇ ਤਰ੍ਹਾਂ ਇਸ ਬੁੱਕ ਦੇ ਵਿੱਚ ਮੌਜੂਦ ਕਈ ਪੋਇਮਸ, ਜਿਵੇਂ ਕਿ ਪਹਿਲੀ ਪੋਇਮ ਬਾਰਡਰ ਗਾਰਡਸ, ਦੂਸਰੀ ਪੋਇਮ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਤੀਸਰੀ ਪੋਇਮ ਦਾ ਕੁਆਲਿਟੀ ਆਫ ਮਰਸੀ ਅਤੇ ਚੌਥੀ ਪੋਇਮ ਦਾ ਫੈਂਸੀ ਡਰੈਸ ਸ਼ੋ, ਇਹਨਾਂ ਸਾਰੀਆਂ ਪੋਇਮਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਅਤੇ ਨਾਲ ਹੀ ਇਹਨਾਂ ਦੇ ਕੁਐਸਚਨ ਆਨਸਰਸ ਕਵਰ ਕਰ ਲਏ ਨੇ। ਉਮੀਦ ਹੈ ਸਟੂਡੈਂਟ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਾਡਾ ਬੇਟਾ ਫਸਟ ਕੁਐਸਚਨ ਹੈ ਕਿ ਵਾਟ ਡਿਡ ਰਾਮ ਮੋਹਨ ਰਾਏ ਐਡਵੋਕੇਟ? ਵਾਟ ਰਿਲੇਸ਼ਨਸ਼ਿਪ do you think he must have seen between social reform and social service? ਤਾਂ ਚੈਪਟਰ ਦੇ ਬੇਟਾ ਪਹਿਲੇ ਪੈਰੇ ਦੇ ਵਿੱਚ ਹੀ ਰਾਜਾ ਰਾਮ ਮੋਹਨ ਰਾਏ ਦਾ ਨਾਮ ਆਉਂਦਾ ਹੈ, ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਉਹ ਸੋਸ਼ਲ ਰਿਫਾਰਮ ਦੇ ਬੜੇ ਹੱਕ 'ਚ ਸੀਗੇ। ਤਾਂ ਇਹੀ ਕੁਐਸਚਨ ਹੈ, ਰਾਜਾ ਰਾਮ ਮੋਹਨ ਰਾਏ ਨੇ ਕਿਸ ਚੀਜ਼ ਨੂੰ ਐਡਵੋਕੇਟ ਕੀਤਾ? ਐਡਵੋਕੇਟ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਵਕਾਲਤ ਕਰਨੀ। ਹੁਣ ਵਕਾਲਤ ਦਾ ਮਤਲਬ ਇੱਥੇ ਨਾ ਲਓ ਤੁਸੀਂ ਜਿਹੜੀ ਵਕੀਲ ਲੋਕ ਕਰਦੇ ਨੇ, ਵਕਾਲਤ ਦਾ ਮਤਲਬ ਜਦ ਆਪਾਂ ਕਿਸੇ ਚੀਜ਼ ਦੇ ਪੱਖ 'ਚ ਹੁੰਨੇ, ਤਾਂ ਕਿਹੜੀ ਚੀਜ਼ ਦੇ ਪੱਖ 'ਚ ਸੀਗੇ ਜੀ ਰਾਜਾ ਰਾਮ ਮੋਹਨ ਰਾਏ? ਇਹ ਕੁਐਸਚਨ ਪੁੱਛਿਆ ਗਿਆ। ਨਾਲ ਹੀ ਕੁਐਸਚਨ ਇਹ ਵੀ ਪੁੱਛਿਆ ਗਿਆ ਹੈ ਸੋਸ਼ਲ ਰਿਫਾਰਮ ਤੇ ਸੋਸ਼ਲ ਸਰਵਿਸ, ਇਹ ਦੋ ਚੀਜ਼ਾਂ ਨੇ ਬੇਟਾ। ਦੇਖੋ, ਸੋਸ਼ਲ ਸਰਵਿਸ ਹੁੰਦੀ ਹੈ ਸਮਾਜਿਕ ਸੇਵਾ ਜਾਂ ਸਮਾਜ ਸੇਵਾ, ਤੇ ਸੋਸ਼ਲ ਰਿਫਾਰਮ ਦਾ ਮਤਲਬ ਹੁੰਦਾ, ਮੈਂ ਤੁਹਾਨੂੰ ਚੈਪਟਰ 'ਚ ਦੱਸਿਆ ਸੀ, ਸਮਾਜ ਸੁਧਾਰ। ਰਿਫਾਰਮ ਦਾ ਮਤਲਬ ਸੁਧਾਰ ਹੁੰਦਾ ਹੈ, ਸਰਵਿਸ ਦਾ ਮਤਲਬ ਸੇਵਾ ਹੁੰਦੀ ਹੈ। ਤਾਂ ਕੁਐਸਚਨ ਇਹ ਪੁੱਛਿਆ ਗਿਆ ਹੈ ਕਿ ਰਾਜਾ ਰਾਮ ਮੋਹਨ ਰਾਏ, ਇੱਥੇ ਹੀ ਦਾ ਮਤਲਬ ਰਾਜਾ ਰਾਮ ਮੋਹਨ ਰਾਏ ਤੋਂ ਹੈ, ਕਿ ਰਾਜਾ ਰਾਮ ਮੋਹਨ ਰਾਏ ਸੋਸ਼ਲ ਰਿਫਾਰਮ ਤੇ ਸੋਸ਼ਲ ਸਰਵਿਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਦੇਖਦੇ ਸੀ, ਕੀ ਰਿਸ਼ਤਾ ਦੇਖਦੇ ਸੀ? ਤਾਂ ਇਹਦਾ ਆਨਸਰ ਬੇਟਾ ਪਹਿਲੇ ਪੈਰੇ 'ਚ ਹੀ ਲਿਖਿਆ ਹੋਇਆ। ਮੈਂ ਤੁਹਾਨੂੰ ਚੈਪਟਰ ਬੜਾ ਵਧੀਆ ਤਰੀਕੇ ਨਾਲ ਐਕਸਪਲੇਨ ਕਰਾਇਆ ਸੀਗਾ
ਤਾਂ ਉਹਦੇ 'ਚ ਵੀ ਦੱਸਿਆ ਸੀਗਾ ਕਿ ਰਾਜਾ ਰਾਮ ਮੋਹਨ ਰਾਏ ਸੋਸ਼ਲ ਰਿਫਾਰਮ ਦੇ ਐਡਵੋਕੇਟ ਕਰਦੇ ਸੀ। ਉਹਨਾਂ ਨੇ ਇਸ ਚੀਜ਼ ਦੀ ਸਥਾਪਨਾ ਵੀ ਕੀਤੀ ਸੀ। ਸ਼ੁਰੂਆਤ ਦੇ ਵਿੱਚ ਜਿਹੜੀਆਂ ਸਾਡੀਆਂ ਗਲਤ ਪ੍ਰਥਾਵਾਂ ਪੁਰਾਣੇ ਜ਼ਮਾਨੇ 'ਚ ਚੱਲ ਰਹੀਆਂ ਸੀ, ਜਿਵੇਂ ਕਿ ਸਤੀ ਪ੍ਰਥਾ, ਤਾਂ ਉਹਦੇ ਖਾਤਮੇ ਲਈ ਰਾਜਾ ਰਾਮ ਮੋਹਨ ਰਾਏ ਨੇ ਬਹੁਤ ਜ਼ਿਆਦਾ ਮਤਲਬ ਆਪਣਾ ਯੋਗਦਾਨ ਦਿੱਤਾ, ਕੰਟਰੀਬਿਊਸ਼ਨ ਕੀਤਾ ਹੈ। ਤਾਂ ਆਨਸਰ ਅਸੀਂ ਇਹ ਲਿਖਿਆ ਹੈ ਕਿ ਰਾਜਾ ਰਾਮ ਮੋਹਨ ਰਾਏ ਐਡਵੋਕੇਟਿਡ ਸੋਸ਼ਲ ਰਿਫਾਰਮ। ਸਿੰਪਲ ਆਨਸਰ ਦੇਤਾ। ਕਿਹੜੀ ਚੀਜ਼ ਦੀ ਵਕਾਲਤ ਕੀਤੀ ਉਹਨਾਂ ਨੇ? ਸੋਸ਼ਲ ਰਿਫਾਰਮ ਦੀ। ਫਿਰ ਉਹ ਦੋਨਾਂ 'ਚ ਰਿਲੇਸ਼ਨਸ਼ਿਪ ਕੀ ਦੇਖਦੇ ਸੀ ਕਿ ਸੋਸ਼ਲ ਰਿਫਾਰਮ ਇਜ਼ ਅਨਦਰ ਫਾਰਮ ਆਫ ਸੋਸ਼ਲ ਸਰਵਿਸ। ਇਹ ਸੋਸ਼ਲ ਸਰਵਿਸ ਦੀ ਇੱਕ ਹੋਰ ਫਾਰਮ, ਇੱਕ ਹੋਰ ਰੂਪ ਕੀ ਹੈ ਜੀ? ਸੋਸ਼ਲ ਰਿਫਾਰਮ। ਮਤਲਬ ਜੇ ਕੋਈ ਬੰਦਾ ਸਮਾਜ 'ਚ ਸੇਵਾ ਕੋਈ ਕਰਨੀ ਚਾਹੁੰਦਾ ਹੈ, ਤਾਂ ਜੇਕਰ ਉਹ ਸਮਾਜ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਕੋਈ ਯੋਗਦਾਨ ਪਾਉਂਦਾ ਤਾਂ ਉਹ ਵੀ ਕੀ ਹੈ? ਇੱਕ ਤਰ੍ਹਾਂ ਦੀ ਸੋਸ਼ਲ ਸਰਵਿਸ ਹੀ ਹੈ। ਤਾਂ ਇਹ ਆਨਸਰ ਹੈ, ਸਿੰਪਲ ਆਨਸਰ ਹੈ, ਇਹ ਤੁਸੀਂ ਯਾਦ ਕਰ ਲੈਣਾ। ਇਟਸ ਅ ਇੰਪੋਰਟੈਂਟ क्वेश्चन। दूसरा क्वेश्चन समझो जी, थोड़ा जा बड़ा क्वेश्चन है कि व्हाट वाज द डोमिनेंट सोर्स ऑफ मच ऑफ गांधीज फिलोसफी ऑफ लाइफ। चैप्टर दे पहले पैरे च ही गांधी जी का जिक्र आता है ते ओदे बारे ही है ये कि गांधी जी की जिहड़ी फिलोसफी ऑफ लाइफ है। फिलोसफी का मतलब मैं तुहानूं पहलां भी कई बारी दस्सिआ, दर्शन शास्त्र ना। फिलोसफी का मतलब ये हुंदा बेटा कि तुहाडा जिंदगी प्रति नज़रिया की है, लाइफ प्रति तुहाडा एटीट्यूड की है। तो आही चीज़ ये है कि गांधी जी का जो लाइफ प्रति फिलोसफी सीगी या लाइफ प्रति नज़रिया सी, उहदे विच मुख्य सोर्स की सी? डोमीनेंट का मतलब होंदा है जो चीज़ तुहाडे ते डोमीनेट करती है, मतलब कि ज़्यादा असर पाती है। डोमीनेंट सोर्स कि उन्हां दी फिलोसफी ऑफ लाइफ दे विच जे असीं मुख्य चीज़ देखीए तो किहड़ी सी? सिंपल आंसर ये है, उन्हां दी फिलोसफी ऑफ लाइफ च गांधी जी सानूं मुख्य चीज़, असर पाने वाली चीज़ किहड़ी सानूं दिखदी है। फिर नाल ही क्वेश्चन है, डज दिस मीन ही डिड नॉट बिलीव इन द बेसिक आइडियाज ऑफ इंडियन कल्चर। देखो डज दे नाल क्वेश्चन स्टार्ट हो रहा है। डज इज अ हेल्पिंग वर्ब, प्रेजेंट टेंस दे विच सिंगुलर सब्जेक्ट दे नाल यूज हुंदी है, इत्थे दिस दे नाल यूज हुई है। तां इहदा मतलब की हुंदा है? कक्के नूं बिहारी की यस और नो च आंसर हुंदा है हमेशा। जदों भी हेल्पिंग वर्ब दा स्टार्ट हुंदा है किसी क्वेश्चन च, ਤਾਂ ਉਹਦਾ मतलब यस और नो ਚ ਹੁੰਦਾ। ਤਾਂ ਇੱਥੇ ਕੀ ਇਹ ਪੁੱਛਿਆ ਗਿਆ ਕਿ ਕੀ ਇਸ ਦਾ ਮਤਲਬ ਇਹ ਹੈ ਕਿ ਉਹ ਭਾਰਤੀ ਕਲਚਰ ਦੇ ਬੇਸਿਕ ਆਈਡੀਆਜ਼, ਮੁੱਢਲੇ ਵਿਚਾਰਾਂ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ। ਕੁਐਸਚਨ ਇਹ ਪੁੱਛਿਆ ਗਿਆ ਕਿ ਕੀ ਇਹਦਾ ਮਤਲਬ ਇਹ ਹੋਇਆ ਕਿ ਉਹ ਭਾਰਤੀ ਵਿਚਾਰ ਨੇ, ਜਿਹੜੇ ਕਲਚਰ ਦੇ ਸੰਬੰਧੀ ਵਿਚਾਰ ਨੇ, ਉਹਨਾਂ ਦਾ ਵਿਸ਼ਵਾਸ ਨਹੀਂ ਸੀ ਕਰਦੇ। ਇੱਕ ਵਾਰੀ ਫਿਰ ਯਸ ਔਰ ਨੋ ਚ ਪੁੱਛਿਆ ਗਿਆ ਕਿ ਡੂ ਯੂ ਬਿਲੀਵ ਦੈਟ ਗਾਂਧੀ ਵਾਜ਼ ਅ ਮੇਅਰ ਕਾਪੀ ਆਫ ਯੂਰੋਪੀਅਨ ਕਲਚਰ। ਕੀ ਤੁਸੀਂ ਇਹ ਮੰਨਦੇ ਹੋ ਕਿ ਗਾਂਧੀ ਜੀ ਯੂਰੋਪੀਅਨ ਕਲਚਰ, ਯੂਰਪ ਦੇ ਸੱਭਿਆਚਾਰ ਦੇ ਸਿਰਫ ਇੱਕ ਕਾਪੀ ਕਰਦੇ ਸੀਗੇ? ਮੇਅਰ ਦਾ ਮਤਲਬ ਹੁੰਦਾ ਸਿਰਫ, ਕਿ ਸਿਰਫ ਉਹ ਕਾਪੀ ਉਹ ਕਰਦੇ ਸੀਗੇ। ਤਾਂ ਜੇ ਤੁਸੀਂ ਦੇਖੋ ਨਾ, ਕੁਐਸਚਨ 'ਚ ਕੁਝ ਵੀ ਨਹੀਂ ਹੈਗਾ। ਟੋਟਲ 3 ਕੁਐਸਚਨ ਹੈ। ਪਹਿਲੇ ਕੁਐਸਚਨ ਦੇ ਵਿੱਚ ਇੱਕ ਚੀਜ਼ ਪੁੱਛੀ ਗਈ ਹੈ, ਦੂਜੇ ਤੇ ਤੀਜੇ ਕੁਐਸਚਨ 'ਚ ਯੈਸ ਔਰ ਨੋ 'ਚ ਆਨਸਰ ਪੁੱਛਿਆ ਗਿਆ। ਤਾਂ ਕੁਐਸਚਨ ਨੂੰ ਦੇਖ ਕੇ ਡਰਨਾ ਨਹੀਂ ਕਿ ਪਤਾ ਨਹੀਂ ਕੁਐਸਚਨ ਐਡਾ ਵੱਡਾ ਇਹ 'ਚ ਕੀ ਹੈ, ਕੁਝ ਵੀ ਨਹੀਂ ਹੈਗਾ। ਜੇ ਤੁਸੀਂ ਕੁਐਸਚਨ ਬੇਟਾ ਸਮਝਿਆ ਹੋਇਆ ਹੈ ਤਾਂ ਆਨਸਰ ਦੇਖੋ ਇਹਦਾ ਕਿੰਨਾ ਸੌਖਾ ਹੈ। ਆਨਸਰ ਹੈ ਜੀ ਕਿ the main source of Gandhi's philosophy of life was western thinkers and writers। ਤਾਂ ਬੇਟਾ ਅਸੀਂ ਪੜ੍ਹਿਆ ਹੈ ਕਿ ਗਾਂਧੀ ਜੀ ਦੇ ਉੱਪਰ ਅਸਰ ਤਾਂ ਸੀ ਵੈਸਟ ਕਲਚਰ ਦਾ, ਕਿਉਂਕਿ ਉਹਨਾਂ ਦੇ ਜਿਹੜੇ ਆਈਡੀਆਜ਼ ਸੀ, ਆਈਡੀਆਜ਼ ਕੀ ਸੀ ਆਪਾਂ ਦੇਖੋ ਚੈਪਟਰ ਦੇ ਵਿੱਚ ਪੜ੍ਹਿਆ ਹੈ ਕਿ ਜਿਹੜੇ ਅੰਡਰਡੌਗਸ ਹੈ ਉਹਨਾਂ ਦਾ ਆਪਾਂ ਖਿਆਲ ਰੱਖਣਾ ਹੈ, ਵਿਮਨ ਦੇ ਰਾਈਟਸ ਦੀ ਚਿੰਤਾ ਕਰਨੀ ਹੈ, ਜਾਤ ਪਾਤ ਨੂੰ, ਕਾਸਟ ਸਿਸਟਮ ਨੂੰ ਆਪਾਂ ਧਿਆਨ 'ਚ ਨਹੀਂ ਲੈਣਾ। ਇਹ ਸਾਰੀਆਂ ਚੀਜ਼ਾਂ ਕਿੱਥੋਂ ਚੱਲੀਆਂ ਨੇ ਜੀ? ਇਹ ਵੈਸਟ ਕਲਚਰ ਤੋਂ। ਤਾਂ ਇਹਦਾ ਮਤਲਬ ਇਹੀ ਹੈ ਕਿ ਜਿਹੜਾ ਗਾਂਧੀ ਜੀ ਦੀ ਫਿਲੋਸਫੀ ਆਫ ਲਾਈਫ ਦਾ ਜਿਹੜਾ ਮੇਨ ਸੋਰਸ ਦਾ ਮਤਲਬ ਹੁੰਦਾ ਬੇਟਾ ਸਾਧਨ, ਕਿ ਜਿਹੜਾ ਮੇਨ ਸਾਧਨ ਸੀਗਾ ਉਹ ਕਿੱਥੋਂ ਸੀਗਾ? ਵੈਸਟਰਨ ਥਿੰਕਰਸ, ਪੱਛਮੀ ਦੇਸ਼ ਦੇ ਜਿਹੜੇ ਥਿੰਕਰ ਦਾ ਮਤਲਬ ਸੋਚਣ ਵਾਲੇ ਲੋਕ, ਅਤੇ ਰਾਈਟਰਸ, ਅਤੇ ਉੱਥੋਂ ਦੇ ਰਾਈਟਰਸ, ਉੱਥੋਂ ਦੇ ਲੇਖਕ, ਕਿਉਂਕਿ ਉਹ ਅਜਿਹੇ ਵਿਚਾਰ ਰੱਖਦੇ ਸੀਗੇ, ਉਹ ਜਿਹੇ ਹੀ ਵਿਚਾਰ ਗਾਂਧੀ ਜੀ ਰੱਖਦੇ ਸੀ। ਤਾਂ ਬੇਟਾ ਇੱਕ ਤੁਹਾਡੇ ਚੈਪਟਰ ਦੇ ਵਿੱਚ ਇੱਕ ਜਗ੍ਹਾ ਆਇਆ ਹੈ ਕਿ ਗਾਂਧੀ ਜੀ ਜ਼ਿਆਦਾ ਕਰੀਬ ਸੀਗੇ ਲਿਓ ਟੋਲਸਟਾਏ ਦੇ ਨਾਲ, ਅਤੇ ਇੱਕ ਹੋਰ ਦਾ ਸਰਮਨ ਔਨ ਦਾ ਮਾਊਂਟ। ਮੈਂ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਜੀਸਸ ਕ੍ਰਾਈਸਟ ਨੇ ਮਾਊਂਟ ਤੇ ਇੱਕ ਸਰਮਨ ਦਿੱਤਾ ਸੀ, ਇੱਕ ਚੋਟੀ ਜੀ ਤੇ ਬੈਠ ਕੇ ਕੋਈ ਪ੍ਰਵਚਨ ਦਿੱਤੇ ਸੀਗੇ, ਤਾਂ ਉਹਦੇ 'ਚ ਉਹਨਾਂ ਨੇ ਕੀ ਕਿਹਾ ਸੀ? ਬਲੈਸਡ ਆਰ ਦਾ ਪੂਅਰ, ਬਲੈਸਡ ਆਰ ਦਾ ਮੀਕ, ਕਿ ਜਿਹੜੇ ਗਰੀਬ ਗੁਰਬੇ ਲੋਕ ਨੇ ਜਾਂ ਜਿਹੜੇ ਮਾੜੇ ਲੋਕ ਨੇ ਉਹ ਕੀ ਨੇ? ਉਹਨਾਂ ਤੇ ਰੱਬੀ ਕਿਰਪਾ ਹੈ। ਆਹੀ ਗੱਲ ਗਾਂਧੀ ਜੀ ਕਰਦੇ ਸੀਗੇ। ਲਿਓ ਟੋਲਸਟਾਏ ਵੀ ਇਹੀ ਕੁਝ ਕਹਿੰਦਾ ਸੀਗਾ
ਤਾਂ ਆਪਾਂ ਇਹ ਲਾਈਨ ਇੱਥੇ ਲਿਖ ਸਕਦੇ ਹਾਂ। ਆਪਾਂ ਇਸ ਤੋਂ ਪਹਿਲਾਂ ਲਿਖਿਆ ਨਾ ਕਿ ਜਿਹੜੇ ਵੈਸਟਰਨ ਰਾਈਟਰਸ ਨੇ ਜਾਂ ਵੈਸਟਰਨ ਥਿੰਕਰਸ ਨੇ ਉਹਨਾਂ ਦਾ ਅਸਰ ਸੀਗਾ ਗਾਂਧੀ ਜੀ ਤੇ। ਉਹ ਕਿਹੜੇ ਸੀਗੇ ਉਹ ਆਪਾਂ ਇੱਥੇ ਲਿਖਤਾ ਕਿ ਹੀ ਵਾਜ਼ ਇੰਪ੍ਰੈਸਡ ਬਾਈ ਕ੍ਰਾਈਸਟ ਐਂਡ ਟੋਲਸਟਾਏ। ਹੁਣ ਇੱਥੇ ਕ੍ਰਾਈਸਟ ਦੇ ਸਪੈਲਿੰਗ ਬੇਟਾ ਧਿਆਨ ਰੱਖਣੇ ਹੈ, ਟੋਲਸਟਾਏ ਦੇ ਵੀ ਧਿਆਨ ਰੱਖਣੇ, ਬਿਕੋਜ਼ ਥੀਸ ਆਰ ਦਾ ਨੇਮ ਆਫ ਪਰਸਨਸ। ਕਿ ਉਹ ਜ਼ਿਆਦਾ ਇੰਪ੍ਰੈਸ ਕਿਹਦੇ ਨਾਲ ਸੀਗੇ? ਕ੍ਰਾਈਸਟ ਅਤੇ ਟੋਲਸਟਾਏ ਨਾਲ। ਇੰਪ੍ਰੈਸ ਦਾ ਮਤਲਬ ਇੱਥੇ ਹੁੰਦਾ ਬੇਟਾ ਪ੍ਰਭਾਵਿਤ ਹੋਣਾ, ਕਿ ਉਹ ਇਹਨਾਂ ਪਰਸਨਸ ਤੋਂ ਪ੍ਰਭਾਵਿਤ ਸੀਗੇ। ਹੁਣ ਦੇਖੋ ਕੁਐਸਚਨ ਇਹ ਪੁੱਛਿਆ ਗਿਆ ਕਿ ਇੰਡੀਅਨ ਕਲਚਰ ਦੇ ਸਿਧਾਂਤਾਂ ਵਿਸ਼ਵਾਸ ਰੱਖਦੇ ਸੀਗੇ, ਯੈਸ ਔਰ ਨੋ ਪੁੱਛਿਆ ਗਿਆ। ਆਪਾਂ ਉਹਦਾ ਆਨਸਰ ਇੱਥੇ ਦੇ ਰਹੇ ਹਾਂ, ਬਟ ਹੀ ਆਲਵੇਜ਼ ਬਿਲੀਵਡ ਇਨ ਦਾ ਬੇਸਿਕ ਆਈਡੀਆਜ਼ ਆਫ ਇੰਡੀਅਨ ਕਲਚਰ। ਕਿ ਹਾਲਾਂਕਿ ਉਹ ਵੈਸਟਰਨ ਥਿੰਕਰਸ, ਵੈਸਟਰਨ ਫਿਲੋਸਫਰਸ ਨਾਲ ਪ੍ਰਭਾਵਿਤ ਸੀਗੇ, ਉਹਨਾਂ ਦੇ ਵਿਚਾਰਾਂ ਨੂੰ ਮੰਨਦੇ ਸੀਗੇ, ਪਰੰਤੂ ਇਹਦਾ ਮਤਲਬ ਇਹ ਨਹੀਂ ਸੀ ਕਿ ਉਹ ਇੰਡੀਅਨ ਕਲਚਰ ਦੇ ਬੇਸਿਕ ਆਈਡੀਆਜ਼ ਤੇ ਬਿਲੀਵ ਨਹੀਂ ਸੀ ਕਰਦੇ, ਉਹ ਕਰਦੇ ਸੀ, ਉਹਨਾਂ ਦਾ ਵਿਸ਼ਵਾਸ ਸੀਗਾ। ਹੀ ਆਲਵੇਜ਼ ਬਿਲੀਵਡ, ਹਮੇਸ਼ਾ ਵਿਸ਼ਵਾਸ ਕਰਦੇ ਸੀ ਇੰਡੀਅਨ ਕਲਚਰ ਦੇ ਬੇਸਿਕ ਆਈਡੀਆਜ਼ ਤੇ। ਹੀ ਵਾਂਟਡ ਟੂ ਰਿਮੂਵ ਦਾ ਈਵਲਸ ਇਨ ਦਾ ਇੰਡੀਅਨ ਸੋਸਾਇਟੀ। ਉਹ ਭਾਰਤੀ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਸੀ, ਈਵਲਸ ਦਾ ਮਤਲਬ ਬੁਰਾਈਆਂ ਹੁੰਦਾ, ਕਈ ਵਾਰੀ ਇਹ ਵਰਡ ਆਇਆ ਤੁਹਾਡੇ ਇੰਗਲਿਸ਼ ਇਲੈਕਟਿਵ ਚ, ਤਾਂ ਉਹਨਾਂ ਬੁਰਾਈਆਂ ਨੂੰ ਉਹ ਦੂਰ ਕਰਨਾ ਚਾਹੁੰਦੇ ਸੀ, ਭਾਰਤੀ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨਾ ਚਾਹੁੰਦੇ ਸੀ। ਹੀ ਵਾਜ਼ ਆਲਸੋ ਇੰਪ੍ਰੈਸਡ ਬਾਈ ਵੈਸਟਰਨ ਕਲਚਰ। ਵੈਸਟਰਨ ਕਲਚਰ ਦੇ ਨਾਲ ਵੀ ਉਹ ਬਹੁਤ ਜ਼ਿਆਦਾ ਇੰਪ੍ਰੈਸ ਸੀਗੇ, ਬਟ ਹੀ ਵਾਜ਼ ਨੋਟ ਅ ਕਾਪੀ ਆਫ ਵੈਸਟਰਨ ਕਲਚਰ। ਤਾਂ ਹੁਣ ਅਸੀਂ ਤੀਸਰੇ ਕੁਐਸਚਨ ਦਾ ਆਨਸਰ ਨੋ ਚ ਦੇਤਾ ਕਿ ਵੈਸਟਰਨ ਕਲਚਰ ਦੇ ਨਾਲ ਉਹ ਪ੍ਰਭਾਵਿਤ ਜ਼ਰੂਰ ਸੀਗੇ, ਲੇਕਿਨ ਵੈਸਟਰਨ ਕਲਚਰ ਦੀ ਉਹ ਕਾਪੀ ਕੈਟ ਨਹੀਂ ਸੀਗੇ, ਮੇਅਰ ਕਾਪੀ ਨਹੀਂ ਸੀ ਕਰਦੇ ਕਿ ਜੋ ਵੈਸਟਰਨ ਕਲਚਰ ਚ ਚੱਲ ਰਿਹਾ ਹੈ ਸੇਮ ਐਜ਼ ਇਟ ਇਜ਼ ਆਪਣੇ ਤੇ ਲਾਗੂ ਕਰ ਲਓ। ਫੋਰਥ ਕੁਐਸਚਨ ਹੈ ਜੀ, ਇਹ ਵੀ ਵੱਡਾ ਕੁਐਸਚਨ ਹੈ, ਦੇਖ ਕੇ ਡਰ ਨਾ ਜਾਈਓ, ਸਮਝੋ ਪਹਿਲਾਂ ਕਿ while on the one hand the author claims that the future generations of Indians will be man rooted in their traditions, on the other he states that India is well on the way to assimilating the culture of West। ਪਹਿਲਾਂ ਤਾਂ ਲਾਈਨ ਹੀ ਹੈ while ਤੋਂ ਲੈ ਕੇ west ਤੱਕ, ਇਹਨੂੰ ਸਮਝੋ ਪਹਿਲਾਂ। ਕਹਿੰਦੇ ਇੱਕ ਪਾਸੇ ਤਾਂ while on the one hand, ਇੱਕ ਪਾਸੇ ਤਾਂ author ਇਹ ਕਹਿੰਦਾ ਹੈ, author claim ਕਰਦਾ ਹੈ, ਮਤਲਬ ਦਾਵਾ ਕਰਦਾ ਹੈ ਕਿ ਜਿਹੜੀਆਂ ਸਾਡੀਆਂ ਭਾਰਤ ਦੀਆਂ ਫਿਊਚਰ ਜਨਰੇਸ਼ਨਸ ਹੈ, ਆਉਣ ਵਾਲੀਆਂ ਪੀੜ੍ਹੀਆਂ, ਉਹ ਆਪਣੇ ਟ੍ਰੈਡੀਸ਼ਨਸ, ਟ੍ਰੈਡੀਸ਼ਨ ਦਾ ਮਤਲਬ ਹੁੰਦਾ ਬੇਟਾ ਪਰੰਪਰਾਵਾਂ, ਕਿ ਪਰੰਪਰਾਵਾਂ ਦੇ ਵਿੱਚ ਉਹ ਡੀਪ ਰੂਟਡ ਹੋਣਗੀਆਂ, ਮਤਲਬ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਭਾਰਤੀ ਪਰੰਪਰਾਵਾਂ ਨਾਲ ਜੁੜੀਆਂ ਹੋਣਗੀਆਂ। ਇੱਕ ਪਾਸੇ ਤਾਂ ਉੱਥੇ ਇਹ ਕਹਿੰਦਾ, ਦਾਵਾ ਕਰਦਾ। ਔਨ ਦੀ ਅਦਰ, ਦੂਜੇ ਪਾਸੇ ਹੀ ਸਟੇਟਸ, ਉਹਨੇ ਇਹ ਵੀ ਗੱਲ ਕਹੀ ਹੈ ਕਿ ਇੰਡੀਆ is well on the way to assimilating the culture of West, ਕਿ ਇੰਡੀਆ ਵੈਸਟ ਦੇ ਕਲਚਰ ਨੂੰ ਵੀ ਅਸਿਮੀਲੇਟ ਕਰਨ ਦੇ ਲਈ ਤਿਆਰ ਹੈ। ਅਸਿਮੀਲੇਟ ਦਾ ਮਤਲਬ ਹੁੰਦਾ ਬੇਟਾ ਸਮਾਉਣਾ ਕਿਸੇ ਦੇ ਵਿੱਚ, ਹੈ ਨਾ, ਇਕੱਠਾ ਕਰਨਾ, ਆਪਣੇ ਅੰਦਰ ਸਮਾ ਲੈਣਾ, ਸੰਜੋ ਲੈਣਾ, ਉਹਨੂੰ ਆਪਾਂ ਕਹਿੰਦੇ ਆ ਅਸਿਮੀਲੇਟ ਕਰਨਾ। ਦੇਖੋ ਦੋਨਾਂ ਗੱਲਾਂ ਦੇ ਵਿੱਚ ਨਾ ਜੇ ਆਪਾਂ ਦੇਖੀਏ ਕੰਟਰਾਡਿਕਸ਼ਨ ਹੈ। ਇੱਕ ਪਾਸੇ ਉੱਥਰ ਕੀ ਕਹਿੰਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਭਾਰਤੀ ਪੁਰਾਣੀਆਂ ਪਰੰਪਰਾਵਾਂ ਨਾਲ ਜੁੜੀਆਂ ਹੋਣਗੀਆਂ, ਦੂਜੇ ਪਾਸੇ ਆਉਣ ਵਾਲੀਆਂ ਪੀੜ੍ਹੀਆਂ ਵੈਸਟ ਕਲਚਰ ਨੂੰ ਅਪਣਾਉਣਗੀਆਂ ਵੀ। ਅਲੱਗ ਗੱਲਾਂ ਹੋ ਗਈਆਂ ਨਾ, ਇੱਕ ਪੁਰਾਤਨ ਸੋਚ ਹੋ ਗਈ, ਵੈਸਟ ਕੀ ਲਿਆ ਰਿਹਾ ਹੈ, ਨਵੀਨ ਸੋਚ ਲਿਆ ਰਿਹਾ ਹੈ। ਤਾਂ ਇੱਕ ਪਾਸੇ ਤਾਂ ਆਥਰ ਕਹਿੰਦਾ ਕਿ ਪੁਰਾਤਨ ਪਰੰਪਰਾ ਨਾਲ ਵੀ ਅਸੀਂ ਜੁੜਾਂਗੇ, ਨੰਬਰ 2 ਤੇ ਨਵੀਆਂ ਪਰੰਪਰਾਵਾਂ ਵੀ ਅਸੀਂ ਲੈ ਕੇ ਆਵਾਂਗੇ। ਤਾਂ ਫਿਰ ਇਹੀ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਹੈ ਕਿ ਡੂ ਯੂ ਥਿੰਕ, ਕਿ ਤੁਸੀਂ ਸੋਚਦੇ ਹੋ ਇਟ ਆ ਕੰਟਰਾਡਿਕਸ਼ਨ, ਇਹ ਵਿਰੋਧਾਭਾਸ ਹੈ। ਕੰਟਰਾਡਿਕਸ਼ਨ ਸ਼ਬਦ ਪਹਿਲਾਂ ਵੀ ਆਇਆ ਸੀ ਇੱਕ ਵਾਰੀ ਚੈਪਟਰ 'ਚ। ਕੰਟਰਾਡਿਕਸ਼ਨ ਕੀ ਹੁੰਦਾ ਬੇਟਾ? ਵਿਰੋਧਾਭਾਸ। ਜਦੋਂ ਆਪਾਂ ਦੋ ਸਟੇਟਮੈਂਟਾਂ ਦੇ ਦਈਏ, ਦੋਨੇ ਸਟੇਟਮੈਂਟਾਂ ਆਪਸ 'ਚ ਮਿਲਦੀਆਂ ਨਾ ਹੋਣ, ਉਲਟ ਹੋਣ, ਉਹਨੂੰ ਆਪਾਂ ਕੰਟਰਾਡਿਕਸ਼ਨ ਕਹਿੰਦੇ ਆ। ਕੀ ਤੁਸੀਂ ਸੋਚਦੇ ਹੋ ਕੰਟਰਾਡਿਕਸ਼ਨ ਹੈ? ਇੱਥੇ ਹੁਣ ਡੂ ਨਾਲ ਫਿਰ ਯੈਸ ਔਰ ਨੋ ਪੁੱਛਿਆ ਗਿਆ, ਵਾਈ, ਕਿਉਂ। ਜੇ ਸੋਚਦੇ ਹੋ ਤਾਂ ਕਿਉਂ। क्वेश्चन समझ आ गया जी। आंसर देखो, आंसर बड़ा आसान है। The Indian society can remove the evils present in its culture। पहली लाइन जिहड़ी ऑथर ये कहता है कि साडियां नवीं जनरेशनस साडियां भारती परंपरावां नाल जुड़ियां होणगियां, ਉਹਦਾ मतलब ये नहीं है कि भारती परंपरावां च जिहड़ियां बुराइयां ने उन्हां दे नाल जुड़े होणगे। नो, ਚੰਗੀਆਂ ਪਰੰਪਰਾਵਾਂ ਨਾਲ ਜੁੜੇ ਹੋਣਗੇ, ਬੁਰੀਆਂ ਪਰੰਪਰਾਵਾਂ ਨੂੰ ਉਹ ਖਤਮ ਕਰਨਗੇ। ਇਹਦਾ ਮਤਲਬ ਇਹ ਹੈ, ਇੱਥੇ ਆਪਾਂ ਕਹਾਂਗੇ ਕਿ ਭਾਰਤੀ ਸਮਾਜ ਰਿਮੂਵ ਕਰ ਸਕਦੀ ਹੈ, ਸੁਧਾਰ ਸਕਦੀ ਹੈ, ਦੂਰ ਕਰ ਸਕਦੀ ਹੈ ਕਿਹਨਾਂ ਨੂੰ? ਬੁਰਾਈਆਂ ਨੂੰ। ਇਵਲਸ ਫਿਰ ਆ ਗਿਆ, ਬੁਰਾਈਆਂ ਨੂੰ ਦੂਰ ਕਰ ਸਕਦੀ ਹੈ ਜਿਹੜੀਆਂ ਕਿ ਇਸ ਦੇ ਕਲਚਰ ਦੇ ਵਿੱਚ ਪ੍ਰੈਜ਼ੈਂਟ ਨੇ, ਮੌਜੂਦ ਨੇ।
देखो कई दूर हुई ने, सती प्रथा दूर हुई है, होर बहुत सारे बाल विवाह है ना, इदां दी चीज़ां दूर हुई, पर हजे भी मौजूद ने कुछ चीज़ां, तो दूर हो जाएगियां अगे। एंड इट कैन हैव द गुड क्वालिटीज ऑफ वैसटर्न कल्चर। ਹੁਣ ਦੂਜੇ ਪਾਸੇ ਜਿਹੜੀ ਸਟੇਟਮੈਂਟ ਦਿੱਤੀ ਹੈ ਆਥਰ ਨੇ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਭਾਰਤ ਜਿਹੜਾ ਹੈਗਾ ਉਹ ਵੈਸਟ ਕਲਚਰ ਨੂੰ ਅਸਿਮੀਲੇਟ ਕਰੂਗਾ, ਤਾਂ ਵੈਸਟ ਕਲਚਰ ਨੂੰ ਅਸਿਮੀਲੇਟ ਕਰਨ ਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਉਹਨਾਂ ਦਾ ਕਾਪੀਕੈਟ ਬਣਾਂਗੇ, ਉਹਨਾਂ ਦੀਆਂ ਚੰਗੀਆਂ ਚੀਜ਼ਾਂ ਗ੍ਰਹਿਣ ਕਰ ਲਾਂਗੇ, ਆਪਣੀਆਂ ਮਾੜੀਆਂ ਚੀਜ਼ਾਂ ਦੂਰ ਕਰ ਲਾਂਗੇ, ਬਾਹਰਲੇ ਦੀਆਂ ਚੰਗੀਆਂ ਚੀਜ਼ਾਂ ਗ੍ਰਹਿਣ ਕਰ ਲਾਂਗੇ। ਇੱਥੇ ਆਹੀ ਗੱਲ ਕਹੀ ਗਈ ਕਿ ਵੈਸਟਰਨ ਕਲਚਰ ਦੀਆਂ ਜਿਹੜੀਆਂ ਕੁਆਲਿਟੀਜ਼ ਨੇ, ਗੁੱਡ ਕੁਆਲਿਟੀਜ਼ ਨੇ, ਉਹ ਅਸੀਂ ਲੈ ਸਕਦੇ ਹਾਂ। ਇਟ ਕੈਨ ਹੈਵ, ਇਟ ਦਾ ਮਤਲਬ ਇੱਥੇ ਇੰਡੀਅਨ ਕਲਚਰ ਨੂੰ ਹੀ ਕਿਹਾ ਗਿਆ, ਇੰਡੀਅਨ ਸੋਸਾਇਟੀ ਨੂੰ ਕਿਹਾ ਗਿਆ ਕਿ ਭਾਰਤੀ ਸਮਾਜ ਵੈਸਟਰਨ ਕਲਚਰ ਦੀਆਂ ਚੰਗੀਆਂ ਚੀਜ਼ਾਂ ਨੂੰ ਲਊਗਾ। ਲਿਆ ਵੀ ਹੈ ਬੇਟਾ, ਦੇਖੋ ਕਿਵੇਂ ਵਿਮਨਸ ਨੂੰ ਜਿਹੜੇ ਰਾਈਟ ਦਿੱਤੇ ਗਏ ਨੇ, ਇਹ ਕਨਸੈਪਟ ਕਿੱਥੇ ਆਇਆ? ਵੈਸਟ ਕਲਚਰ 'ਚ। ਇਸੇ ਤਰ੍ਹਾਂ ਹੋਰ ਵੀ ਕਈ ਚੀਜ਼ਾਂ ਨੇ ਬੇਟਾ ਜਿਹੜੀਆਂ ਭਾਰਤੀ ਸੱਭਿਅਤਾ ਨੇ, ਭਾਰਤੀ ਸੱਭਿਆਚਾਰ ਨੇ ਵੈਸਟਰਨ ਸੱਭਿਅਤਾ ਤੋਂ ਲਈਆਂ ਨੇ, ਤਾਂ ਉਹ ਚੰਗੀਆਂ ਕੁਆਲਿਟੀਜ਼ ਅਸੀਂ ਲੈਂਦੇ ਰਹਾਂਗੇ। इंडिया इज चेंजिंग बट हर कल्चरल ट्रेडिशंस विल कंटिन्यू। कहते इंडिया चेंज हो रहा है, साडा भारत चेंज हो रहा है, तो ये चेंज होंदा रहूगा। इंडिया चेंजिंग, भारत चेंज हो रहा है, पर इस दे इत्थे हर दा मतलब इंडिया तो कहा गया, मदर इंडिया नूं कहा गया है, पर इस दे जिहड़े कल्चरल ट्रेडिशंस ने, सभ्याचारक परंपरावां ने, ओह जारी रहणगे, विल कंटिन्यू, वो जारी रहणगे। स्टूडेंट्स, मैं +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ, ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ प्राप्त कर पाओगे, जिमें कि क्लास 12 की प्लेलिस्ट चौथे नंबर पर है। इस ते तुसी जाके जो व्यू फुल प्लेलिस्ट करोगे तो तुहानूं क्लास 12 दियां सारियां वीडियोज़ मिल जाणगियां। इस तरह तुसी बाकी क्लास 11 उन्हां दी प्लेलिस्ट ते जाके सारियां वीडियोज़ प्राप्त कर सकते हो। तो इस तरह मैं क्लास 11 ते क्लास 12 दियां ग्रामर दियां वीडियो लिस्ट बनाई हुई है, तो वो सारियां वीडियोज़ तुहानूं प्राप्त हो जाणगियां। तो एक प्लेलिस्ट इंग्लिश इलैक्टिव क्लास 11 की भी है, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 5th क्वेश्चन कि does the author visualize a time when Hindu civilization will die out? does ਨਾਲ ਫੇਰ ਸਟਾਰਟ ਹੋ ਰਿਹਾ, ਤਾਂ yes or no ਚ ਆਨਸਰ ਕਈ ਨੇ ਇਹਦੇ ਚ। ਕਹਿੰਦੇ ਕੀ ਆਥਰ ਇਹ ਵਿਜ਼ੂਅਲਾਈਜ਼ ਕਰਦਾ ਹੈ, ਮਤਲਬ ਉਹਦੇ ਖਾਬ ਚ ਆ ਰਿਹਾ ਹੈ, ਸੋਚ ਰਿਹਾ ਹੈ। ਵਿਜ਼ੂਅਲਾਈਜ਼ ਦਾ ਮਤਲਬ ਸੋਚਣਾ ਹੈ ਨਾ, ਆਪਣੇ ਦਿਮਾਗ 'ਚ ਕੋਈ ਚੀਜ਼ ਲਿਆਣੀ ਆਪਾਂ ਵਿਜ਼ੂਅਲਾਈਜ਼ ਕਹਿੰਦੇ ਆ। ਕਹਿੰਦੇ ਕਿ ਆਥਰ ਇੱਕ ਅਜਿਹੇ ਸਮੇਂ ਦੇ ਬਾਰੇ ਵਿਜ਼ੂਅਲਾਈਜ਼ ਕਰ ਰਿਹਾ ਹੈ, ਸੋਚ ਰਿਹਾ ਹੈ ਕਿ ਜਿਹੜੀ ਸਾਡੀ ਹਿੰਦੂ ਸਿਵਲਾਈਜੇਸ਼ਨ ਹੈ ਉਹ ਡਾਈ ਆਊਟ, ਮਰ ਜਾਏਗੀ, ਖਤਮ ਹੋ ਜਾਏਗੀ। ਡਾਈ ਆਊਟ ਦਾ ਮਤਲਬ ਹੁੰਦਾ ਜੀ ਖਤਮ ਹੋਣਾ। ਵਾਈ ਡਜ਼ ਹੀ ਥਿੰਕ ਸੋ? ਉਹ ਅਜਿਹਾ ਕਿਉਂ ਸੋਚਦਾ? ਵਟ ਕੰਟਰਾਸਟ ਡਜ਼ ਦੀ ਆਥਰ ਸੀ ਬਿਟਵੀਨ ਇੰਡੀਆ ਐਂਡ ਦਾ ਵੈਸਟ? ਕੰਟਰਾਸਟ ਦਾ ਮਤਲਬ ਹੁੰਦਾ ਬੇਟਾ ਜਿਹੜੀ ਚੀਜ਼ ਕਿਸੇ ਦੂਸਰੇ ਨਾਲੋਂ ਵੱਖਰੀ ਹੁੰਦੀ ਹੈ ਨਾ, ਕੰਟਰਾਸਟ 'ਚ ਹੁੰਦੀ ਹੈ। ਆਥਰ ਭਾਰਤ ਅਤੇ ਵੈਸਟ ਦੇ ਵਿੱਚ ਕੀ ਕੰਟਰਾਸਟ ਦੇਖਦਾ, ਮਤਲਬ ਕੀ ਅਲੱਗ-ਅਲੱਗ ਚੀਜ਼ਾਂ ਦੇਖਦਾ? ਤਾਂ ਇੱਕ ਕੁਐਸਚਨ 'ਚ 3 ਕੁਐਸਚਨ ਨੇ। ਪਹਿਲਾ ਕੁਐਸਚਨ ਕਿ ਕੀ ਆਥਰ ਦੇ ਮੁਤਾਬਕ ਹਿੰਦੂ ਸਿਵਲਾਈਜੇਸ਼ਨ ਖਤਮ ਹੋ ਜੂਗੀ ਕਦੇ? ਜੇ ਨਹੀਂ ਤਾਂ ਕਿਉਂ? ਤੇ ਫਿਰ ਉਹ ਇੰਡੀਆ ਤੇ ਵੈਸਟ ਕਲਚਰ ਜਿਹੜਾ ਹੈ ਉਸ ਦੇ ਵਿੱਚ ਉਹ ਕੀ ਕੰਟਰਾਸਟ ਦੇਖਦਾ ਹੈ, ਕੀ ਅਲੱਗ-ਅਲੱਗ ਚੀਜ਼ਾਂ ਦੇਖਦਾ? ਤਾਂ ਆਨਸਰ ਹੈ ਜੀ the author does not think that Hindu civilization will die out। ਤਾਂ ਪਹਿਲੇ ਦਾ ਆਨਸਰ ਆਪਾਂ ਨੈਗੇਟਿਵ 'ਚ ਦੇਤਾ ਕਿ ਆਥਰ ਨਹੀਂ ਸੋਚਦਾ ਹਿੰਦੂ ਸਿਵਲਾਈਜੇਸ਼ਨ, ਭਾਰਤੀ ਸਭਿਅਤਾ ਡਾਈ ਆਊਟ ਹੋ ਜਾਏਗੀ, ਖਤਮ ਹੋ ਜਾਏਗੀ। ਇੱਥੇ ਮੈਂ ਤੁਹਾਨੂੰ ਬੇਟਾ ਚੈਪਟਰ 'ਚ ਵੀ ਦੱਸਿਆ ਸੀ, ਇੱਥੇ ਹਿੰਦੂ ਸਿਵਲਾਈਜੇਸ਼ਨ ਦਾ ਮਤਲਬ ਹਿੰਦੂ ਧਰਮ ਦੀ ਸਿਵਲਾਈਜੇਸ਼ਨ ਨਹੀਂ ਹੈ। ਹਿੰਦੂ ਸਿਵਲਾਈਜੇਸ਼ਨ ਦਾ ਮਤਲਬ ਕੀ ਹੈ? ਇੰਡੀਅਨ ਸਿਵਲਾਈਜੇਸ਼ਨ। ਇਹਦੇ 'ਚ ਸਾਡਾ ਸਾਰਾ ਭਾਰਤ ਸ਼ਾਮਲ ਹੈ। ਅੱਛਾ, ਫਿਰ ਅਸੀਂ ਵਾਈ ਦਾ ਆਨਸਰ ਦੇਣਾ ਵੀ ਕਿਉਂ ਸੋਚਦਾ ਇਹ? ਹੀ ਬਿਲੀਵਸ ਦੈਟ ਹਿੰਦੂ ਸਿਵਲਾਈਜੇਸ਼ਨ ਵਿਲ ਕੰਟੀਨਿਊ। ਉਹ ਵਿਸ਼ਵਾਸ ਕਰਦਾ ਹੈ ਕਿ ਜਿਹੜੀ ਹਿੰਦੂ ਸਿਵਲਾਈਜੇਸ਼ਨ ਹੈ ਉਹ ਜਾਰੀ ਰਹੇਗੀ। ਕੰਟੀਨਿਊ ਦਾ ਮਤਲਬ ਜਾਰੀ ਰਹਿਣਾ। ਹੀ ਥਿੰਕਸ ਦੈਟ ਭਗਵਦ ਗੀਤਾ ਵਿਲ ਕੀਪ ਇਨਸਪਾਇਰਿੰਗ ਆਵਰ ਐਕਸ਼ਨਸ। ਤਾਂ ਬੇਟਾ ਆਪਾਂ ਪੜ੍ਹਿਆ ਸੀਗਾ 4th ਪੈਰੇ ਦੇ ਵਿੱਚ 2 ਸਾਡੀਆਂ ਪਵਿੱਤਰ ਕਿਤਾਬਾਂ ਦਾ, ਹੋਲੀ ਬੁੱਕਸ ਦਾ ਜ਼ਿਕਰ ਆਇਆ ਸੀ। ਇੱਕ ਭਗਵਦ ਗੀਤਾ ਦਾ ਆਇਆ ਸੀ, ਦੂਜੇ ਆਏ ਸੀ ਉਪਨਿਸ਼ਦ। ਤੇ ਮੈਂ ਤੁਹਾਨੂੰ ਬੜੇ ਡਿਟੇਲ 'ਚ ਦੱਸਿਆ ਸੀਗਾ ਐਕਸਪਲੇਨੇਸ਼ਨ ਵੇਲੇ ਕਿ ਜਿਹੜੀ ਸਾਡੀ ਭਗਵਦ ਗੀਤਾ ਹੈ ਇਹ ਮੈਨ ਆਫ ਐਕਸ਼ਨ ਨੂੰ ਇਨਸਪਾਇਰ ਕਰਦੀ ਹੈ, ਸਾਨੂੰ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਹੀ ਗੱਲ ਇੱਥੇ ਹੈ ਕਿ ਉਹ ਇਹ ਸੋਚਦਾ ਹੈ ਕਿ ਭਗਵਦ ਗੀਤਾ
ਸਾਨੂੰ ਇੰਸਪਾਇਰ ਕਰਦੀ ਰਹੇਗੀ, ਪ੍ਰੇਰਨਾ ਦਿੰਦੀ ਰਹੇਗੀ ਆਵਰ ਐਕਸ਼ਨਸ ਕਿ ਅਸੀਂ ਕੰਮ ਕਰਦੇ ਰਹੀਏ। ਦੂਜੀ ਪਵਿੱਤਰ ਕਿਤਾਬ ਆਈ ਹੈ ਜੀ ਉਪਨਿਸ਼ਦ। ਉਪਨਿਸ਼ਦ ਸਾਨੂੰ ਸੋਚਣ ਲਈ ਪ੍ਰੇਰਨਾ ਦਿੰਦੇ ਕਿ ਅਸੀਂ ਚੰਗੀ ਸੋਚ ਸੋਚੀਏ। ਉਪਨਿਸ਼ਦ ਵਿਲ ਕੀਪ ਇੰਸਪਾਇਰਿੰਗ ਆਵਰ ਥਾਟਸ। ਉਪਨਿਸ਼ਦ ਕੀ ਇੰਸਪਾਇਰ ਕਰਨਗੇ ਸਾਨੂੰ ਵੀ? ਆਵਰ ਥਾਟਸ, ਸਾਡੇ ਵਿਚਾਰਾਂ ਨੂੰ ਇੰਸਪਾਇਰ ਕਰਨਗੇ। ਕੀਪ ਜਾਰੀ ਰਹਿਣਗੇ, ਇੰਸਪਾਇਰ ਕਰਨਾ। ਕੀਪ ਇੰਸਪਾਇਰਿੰਗ ਦਾ ਮਤਲਬ ਇੰਸਪਾਇਰ ਕਰਦੇ ਰਹਿਣਾ, ਜਾਰੀ ਰਹਿਣਾ, ਉਹਨੂੰ ਆਪਾਂ ਕਹਿੰਦੇ ਹਾਂ। The beauty of Indian life will continue without any bad effects of the West। ਫਿਰ ਉਹ ਵੈਸਟ ਦੀ ਗੱਲ ਕਰਦਾ ਤੇ ਅਸੀਂ ਵੈਸਟ ਦੀ ਗੱਲ ਕਰਾਂਗੇ ਕਿ ਜਿਹੜੇ ਸਾਡੇ ਭਾਰਤੀ ਲਾਈਫ ਦੀ ਬਿਊਟੀ ਹੈ, ਸੁੰਦਰਤਾ ਹੈ, ਇਹ ਕੰਟੀਨਿਊ ਰਹੇਗੀ, ਇਹ ਜਾਰੀ ਰਹੇਗੀ ਵੈਸਟ ਦੇ ਬੈਡ ਇਫੈਕਟਸ ਤੋਂ ਬਿਨਾ। ਅਸੀਂ ਪਹਿਲਾਂ ਕਿਹਾ ਨਾ ਕਿ ਵੈਸਟ ਦੀਆਂ ਚੰਗੀਆਂ ਚੀਜ਼ਾਂ ਅਪਣਾਵਾਂਗੇ, ਬੈਡ ਇਫੈਕਟਸ ਨਹੀਂ ਆਉਣ ਦੇਵਾਂਗੇ। ਪੀਪਲ ਵਿਲ ਲਵ ਦ ਟੇਲਸ ਆਫ ਮਹਾਭਾਰਤ ਐਂਡ ਰਮਾਇਣਾ। ਹੁਣ ਦੇਖੋ ਮਹਾਭਾਰਤ ਤੇ ਰਮਾਇਣਾ ਸਾਡੇ ਐਪਿਕਸ ਨੇ, ਇਹ ਸਾਡੇ ਕਲਚਰ ਦਾ ਹਿੱਸਾ ਨੇ, ਤਾਂ ਪੀਪਲ ਲੋਕ ਇਹਨਾਂ ਨੂੰ ਪਿਆਰ ਕਰਦੇ ਰਹਿਣਗੇ, ਇਹਨਾਂ ਸਟੋਰੀਜ਼ ਨੂੰ। ਲਵ ਦਾ ਟੇਲਸ, ਟੇਲਸ ਦਾ ਮਤਲਬ ਇੱਥੇ ਸਟੋਰੀਜ਼ ਨੂੰ ਕਿਹਾ ਜਾਂਦਾ ਹੈ। ਮਹਾਭਾਰਤ ਤੇ ਰਮਾਇਣਾ ਤੋਂ ਇਲਾਵਾ ਉਸਨੇ ਦੋ ਹੋਰ ਟੇਲਸ ਦਾ ਜ਼ਿਕਰ ਕੀਤਾ ਹੈ। ਉਹ ਸੀ ਜੀ ਤੁਹਾਡੀ ਟੇਲ ਪੂਰਵ ਐਂਡ ਉਰਵਸ਼ੀ ਅਤੇ ਦੁਸ਼ਯੰਤ ਐਂਡ ਸ਼ਕੁੰਤਲਾ। ਯਾਦ ਹੋਣਾ ਤੁਹਾਨੂੰ? ਤਾਂ ਇਹਨਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਲੋਕੀ ਇਹਨਾਂ ਦੀਆਂ ਟੇਲਸ ਵੀ ਪੜ੍ਹਨੀਆਂ ਸੁਣਨੀਆਂ ਜਾਰੀ ਰੱਖਣਗੇ। The Indian culture is full of spiritualism। Spiritualism ਸ਼ਬਦ ਬੇਟਾ ਸਪਿਰਿਟ ਤੋਂ ਬਣਿਆ। ਸਪਿਰਿਟ ਦਾ ਮਤਲਬ ਤੁਸੀਂ ਜਾਣਦੇ ਹੋ। ਸਪਿਰਿਟ ਦਾ ਮਤਲਬ ਕੀ ਹੁੰਦੀ ਹੈ? ਭਾਵਨਾ, ਆਤਮਾ। ਸਪਿਰਿਟ ਤੋਂ ਸਪਿਰਚੁਅਲ ਬਣਦਾ ਹੈ, ਪਿੱਛੇ UAL ਪੈ ਜਾਂਦਾ ਹੈ, ਉਹਦੇ ਪਿੱਛੇ ISM ਪਾ ਦੋ, ਸਪਿਰਚੁਅਲਿਜ਼ਮ ਬਣ ਜਾਂਦਾ ਹੈ। ਤਾਂ ਸਪਿਰਚੁਅਲਿਜ਼ਮ ਦਾ ਮਤਲਬ ਹੁੰਦਾ ਬੇਟਾ ਆਤਮਿਕ ਗੱਲਾਂ, ਆਤਮਾ ਦੀਆਂ ਗੱਲਾਂ। ਉਸ ਫਿਲਾਸਫੀ ਨੂੰ ਆਪਾਂ ਸਪਿਰਚੁਅਲਿਜ਼ਮ ਕਹਿੰਦੇ ਹਾਂ। ਤਾਂ ਸਾਡਾ ਜਿਹੜਾ ਇੰਡੀਅਨ ਕਲਚਰ ਹੈ ਇਹ ਆਤਮਾ ਦੀਆਂ ਗੱਲਾਂ ਨਾਲ ਭਰਿਆ ਹੋਇਆ ਹੈ, ਆਤਮਿਕ ਵਿਚਾਰਾਂ ਨਾਲ ਭਰਿਆ ਹੋਇਆ ਹੈ। ਦਾ ਵੈਸਟਰਨ ਕਲਚਰ ਇਜ਼ ਫੁੱਲ ਆਫ ਮਟੀਰੀਅਲਿਜ਼ਮ। ਤੇ ਜਿਹੜਾ ਵੈਸਟ ਕਲਚਰ ਹੈ ਉਹ ਕਿਹਦੇ ਨਾਲ ਭਰਿਆ ਹੋਇਆ ਹੈ? ਮਟੀਰੀਅਲਿਜ਼ਮ ਨਾਲ, ਪਦਾਰਥਵਾਦੀ ਸੋਚ, ਜਿਹਨੂੰ ਤੁਸੀਂ ਪੰਜਾਬੀ ਚ ਕਹਿੰਦੇ ਹੋ। ਮਟੀਰੀਅਲ ਦਾ ਮਤਲਬ ਕੀ ਹੁੰਦਾ ਬੇਟਾ? ਪਦਾਰਥ। ਮਟੀਰੀਅਲ ਤੋਂ ਮਟੀਰੀਅਲਿਜ਼ਮ ਬਣਦਾ ਹੈ, ਸਪਿਰਿਚੁਅਲ ਤੋਂ ਸਪਿਰਿਚੁਅਲਿਜ਼ਮ ਬਣਦਾ ਹੈ। ਹੁਣ ਤੁਹਾਡਾ ਲਾਸਟ ਕੁਐਸਚਨ ਕੀ ਸੀਗਾ? ਕੁਐਸਚਨ ਦਾ ਆਥਰ ਦੋਨਾਂ ਦੇ ਵਿੱਚ ਇੰਡੀਅਨ ਕਲਚਰ ਤੇ ਵੈਸਟ ਕਲਚਰ ਚ ਕੀ ਕੰਟਰਾਸਟ ਦੇਖਦਾ ਹੈ? ਤਾਂ ਆਪਾਂ ਕੰਟਰਾਸਟ ਦੱਸਦਾ ਕਿ ਇੰਡੀਅਨ ਕਲਚਰ ਕਿਹਦੇ ਨਾਲ ਭਰਿਆ ਹੋਇਆ ਹੈ ਜੀ? ਸਪਿਰਿਚੁਅਲਿਜ਼ਮ ਨਾਲ। ਵੈਸਟ ਕਲਚਰ ਕਿਹਦੇ ਨਾਲ ਭਰਿਆ ਹੋਇਆ ਹੈ? ਮਟੀਰੀਅਲਿਜ਼ਮ ਨਾਲ। ਵੈਸਟ ਕਲਚਰ ਪਦਾਰਥ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ, ਮਟੀਰੀਅਲਿਜ਼ਮ ਨੂੰ। ਮਟੀਰੀਅਲਿਜ਼ਮ ਕੀ ਹੈ? ਮਟੀਰੀਅਲਿਜ਼ਮ ਦਾ ਮਤਲਬ ਹੁੰਦਾ ਬੇਟਾ ਸਾਡੇ ਕੋਲੇ ਲੈਪਟਾਪ ਆ ਜੇ, ਸਾਡਾ ਵਧੀਆ ਘਰ ਆ ਜੇ, ਸਾਡੇ ਕੋਲੇ ਕਾਰਾਂ ਆ ਜਾਣ, ਅਸੀਂ ਵਧੀਆ ਗਹਿਣੇ ਪਾਈਏ, ਅਸੀਂ ਵਧੀਆ ਸੂਟ ਪਾਈਏ, ਕੱਪੜੇ ਪਾਈਏ। ਇਹ ਆ ਕੀ ਹੈ? ਇਹ ਮਟੀਰੀਅਲਿਜ਼ਮ ਹੈ। ਵੈਸਟ ਕਲਚਰ ਇਹਨੂੰ ਪ੍ਰਮੋਟ ਕਰਦਾ। ਇੰਡੀਅਨ ਕਲਚਰ ਕੀ ਕਹਿੰਦਾ? ਨਹੀਂ, ਤੁਸੀਂ ਚੰਗੇ ਬਣੋ, ਮਾਤਾ ਪਿਤਾ ਦੀ ਆਦਰ ਕਰੋ, ਟੀਚਰ ਦਾ ਕਹਿਣਾ ਮੰਨੋ, ਸੱਚ ਬੋਲੋ। ਇਹ ਕੀ ਗੱਲਾਂ ਨੇ? ਇਹ ਸਪਿਰਚੁਅਲ ਗੱਲਾਂ ਨੇ। ਸਪਿਰਚੁਅਲਿਜ਼ਮ ਤੇ ਮਟੀਰੀਅਲਿਜ਼ਮ ਦਾ ਫਰਕ ਕੀ ਹੈ? ਤਾਂ ਇਹ ਚੀਜ਼ ਹੈ। 6th question ਕਿ what evidence does the author give to prove that Indian culture has changed radically over the centuries? Evidences ਦਾ ਮਤਲਬ ਹੁੰਦਾ ਬੇਟਾ proof, ਸਬੂਤ। ਕਿ ਕਿਹੜੇ ਸਬੂਤ ਆਥਰ ਦਿੰਦਾ ਹੈ ਇਹ ਪ੍ਰੂਵ ਕਰਨ ਦੇ ਲਈ ਕਿ ਜਿਹੜਾ ਸਾਡਾ ਇੰਡੀਅਨ ਕਲਚਰ ਹੈ ਇਹ ਸਦੀਆਂ ਤੋਂ, ਓਵਰ ਦਾ ਸੈਂਚੁਰੀ, ਸਦੀਆਂ ਤੋਂ ਰੈਡੀਕਲੀ ਚੇਂਜ ਹੋਇਆ, ਕਾਫੀ ਜ਼ਿਆਦਾ ਚੇਂਜ ਹੋਇਆ। ਡੂ ਯੂ ਐਗਰੀ ਦੈਟ ਦਾ ਕਸਟਮਸ ਵਿਚ ਦੀ ਆਥਰ ਕਾਲਸ ਯੂਜ਼ਲੈਸ ਡਿਜ਼ਰਵ ਟੂ ਪੈਰਿਸ਼? ਫਿਰ ਦੇਖੋ ਯੈਸ ਔਰ ਨੋ ਚ ਕੁਐਸਚਨ ਪੁੱਛਿਆ ਗਿਆ, ਕੀ ਤੁਸੀਂ ਐਗਰੀ ਕਰਦੇ ਹੋ ਕਿ ਕੁਝ ਕਸਟਮਸ, ਕਸਟਮਸ ਦਾ ਮਤਲਬ ਪ੍ਰਥਾਵਾਂ, ਕਿ ਕੁਝ ਪ੍ਰਥਾਵਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਆਥਰ ਕਹਿੰਦਾ ਹੈ ਯੂਜ਼ਲੈਸ, ਕਿ ਉਹ ਯੂਜ਼ਲੈਸ ਪ੍ਰਥਾਵਾਂ ਨੇ, ਜਿਹਦੀ ਜ਼ਰੂਰਤ ਨਹੀਂ ਹੈ। ਉਹ ਪ੍ਰਥਾਵਾਂ ਡਿਜ਼ਰਵ ਟੂ ਪੈਰਿਸ਼, ਉਹ ਡਿਜ਼ਰਵ ਕਰਦੀਆਂ ਨੇ ਕਿ ਪੈਰਿਸ਼ ਹੋ ਜਾਣ। ਪੈਰਿਸ਼ ਦਾ ਮਤਲਬ ਖਤਮ ਹੋ ਜਾਣ। ਕੁਐਸਚਨ ਸਮਝੋ ਕੀ ਹੈ। ਪਹਿਲਾ ਕੁਐਸਚਨ ਦਾ ਇਹ ਹੈ ਕਿਹੜੇ ਸਬੂਤ ਦਿੰਦਾ ਹੈ ਆਥਰ ਕਿ ਸਾਡਾ ਭਾਰਤੀ ਸਭਿਅਤਾ ਚੇਂਜ ਹੋਈ ਹੈ, ਪਹਿਲੀ ਗੱਲ। ਦੂਸਰਾ ਕੁਐਸਚਨ ਇਹ ਹੈ ਕਿ ਆਥਰ ਨੇ ਨਾ ਇਸ ਚੈਪਟਰ ਦੇ ਵਿੱਚ ਕੁਝ ਪੁਰਾਣੀਆਂ ਪਰੰਪਰਾਵਾਂ ਨੂੰ ਯੂਜ਼ਲੈਸ ਕਿਹਾ, ਉਹਦੀ ਜ਼ਰੂਰਤ ਨਹੀਂ ਹੈ ਸਾਨੂੰ। ਕੀ ਤੁਸੀਂ ਆਪ ਅਗਰੀ ਕਰਦੇ ਹੋ ਇਸ ਗੱਲ ਤੋਂ ਕਿ ਉਹ ਪ੍ਰਥਾਵਾਂ, ਉਹ ਪਰੰਪਰਾਵਾਂ, ਉਹ ਕਸਟਮਸ ਯੂਜ਼ਲੈਸ ਨੇ, ਉਹਨਾਂ ਨੂੰ ਖਤਮ ਹੋਣਾ ਚਾਹੀਦਾ? ਆਨਸਰ ਹੈ ਜੀ ਦਾ ਇੰਡੀਅਨ ਕਲਚਰ ਹੈਜ਼ ਚੇਂਜਡ ਅ ਲੋਟ। ਤੇ ਤਾਂ ਕਲੀਅਰ ਹੈ ਬੇਟਾ, ਇੰਡੀਅਨ ਕਲਚਰ ਬਹੁਤ ਜ਼ਿਆਦਾ ਚੇਂਜ ਹੋਇਆ। ਮੈਨੀ ਈਵਲ ਪ੍ਰੈਕਟਿਸਿਸ, ਐਗਜ਼ਾਮਪਲ ਸਤੀ ਪ੍ਰਥਾ, अर्ਲੀ ਮੈਰਿਜ, ਅਨਟਚੇਬਿਲਿਟੀ, ਕਾਸਟ ਡਿਸਕ੍ਰਿਮੀਨੇਸ਼ਨ ਹੈਵ ਬੀਨ ਡਾਈਡ ਆਊਟ। ਕਿਉਂ ਚੇਂਜ ਹੋਇਆ? ਬਿਕੋਜ਼ ਕਿੰਨੀਆਂ ਪੁਰਾਣੀਆਂ ਪਰੰਪਰਾਵਾਂ ਨੇ ਜਿਹੜੀਆਂ ਪਹਿਲਾਂ ਮੌਜੂਦ ਸੀ ਸਾਡੇ ਇੰਡੀਅਨ ਕਲਚਰ 'ਚ, ਹੁਣ ਨਹੀਂ ਹੈਗੀਆਂ। ਉਹ ਕਿਹੜੀਆਂ ਨੇ? ਮੈਨੀ ਈਵਲ ਪ੍ਰੈਕਟਿਸਿਸ, ਬੁਰੀਆਂ ਪ੍ਰਥਾਵਾਂ। ਈਵਲ ਦਾ ਮਤਲਬ ਇੱਥੇ ਬੁਰਾਈ ਵਾਲੀਆਂ ਪ੍ਰਥਾਵਾਂ, ਪਰੰਪਰਾਵਾਂ। ਕਿਹੜੀਆਂ ਕਿਹੜੀਆਂ ਨੇ? ਸਤੀ ਪ੍ਰਥਾ,
अर्ली मैरिज, बच्चों की कुड़ियां की अर्ली मैरिज हो जाती सी। अनटचेबिलिटी, अनटचेबिलिटी पता की होंगी है कि कोई लोअर कास्ट का बंदा है उन्होंने टच नहीं करना, उन्होंने घरे नहीं बढ़न देना, उन्होंने कहते जी अनटचेबिलिटी। कास्ट डिस्क्रिमिनेशन, कास्ट डिस्क्रिमिनेशन तुहानूं पता है जात पात का वितकरा। हैव बीन डाइड आउट, डाई आउट का मतलब है खत्म हो गई। तो इत्थों सानूं पता लगता है कि जिहड़ियां बुरियां परंपरावां सी साडे भारती समाज च मौजूद सीगियां वो डाइड आउट हो गई, खत्म हो गई। इस करके कह सकते हैं कि इंडियन कल्चर बहुत ज्यादा चेंज होया। आल कास्ट आर इक्वल अकॉर्डिंग टू लॉ। अज की है भी सारियां जातां लॉ के मुताबिक, लॉ का मतलब कानून के मुताबिक इक्वल ने, बराबर ने, कोई उच्चा नहीं कोई नीवा नहीं। द यूजलैस कस्टम शुड बी पैरिश्ड। यूजलैस उही बेकार दियां जिहड़ियां परंपरावां ने वो खत्म होणियां चाहिए ने। बिल्कुल सही कह रहा ऑथर। चेंज इज द लॉ ऑफ नेचर। क्यों बई? क्योंकि नेचर का लॉ की है चेंज, कुदरत चेंज होंदी है। चेंज इज द लॉ ऑफ नेचर, एक कहावत भी है, चेंज होना है नेचर ने। सो इट इज नेचुरल दैट द फ्यूचर में डिस्कार्ड द यूजलैस आइडियाज ऑफ द प्रेजेंट। इस करके यह नैचुरल है, एक कुदरती है कि जिहड़ा साडा आने वाला भविख है वह डिस्कार्ड कर देगा। डिस्कार्ड का मतलब होंदा है छड्ड देना बेटा, गिव अप। इन्हां यूजलैस आइडियाज, बेकार दे विचारां नूं जिहड़े कि अज प्रेजेंट ने। देखो अज भी साडे इंडियन कल्चर च कुछ अजिहियां परंपरावां ने, कुछ अजिहियां गल्लां ने जिहड़ियां सानूं यूजलैस लगदियां। आने वाला समा फ्यूचर जनरेशन इन्हां यूजलैस परंपरावां नूं की कर देंगे? डिस्कार्ड कर देंगे, छड्ड देंगे। 7वां क्वेश्चन है जी, डज द ऑथर बिलीव इन कॉन्टिन्यूटी ऑफ हिंदू सिविलाइजेशन? वाई डज ही थिंक सो? की ऑथर विश्वास करता है हिंदू सभ्याचार की कॉन्टिन्यूटी दे विच? कॉन्टिन्यूटी का मतलब मैं तुहानूं चैप्टर च भी दस्सिया सी, निरंतरता। की ऑथर साडे भारती सभ्याचार की कॉन्टिन्यूटी दे विच विश्वास करता है? यस और नो पूछा गया है। फिर वाई डज ही थिंक सो? ते जे विश्वास करता है तो फिर एवें क्यों सोचता है? वाई का मतलब क्यों सोचता है? आंसर है जी द ऑथर बिलीव्स दैट हिंदू सिविलाइजेशन विल कंटिन्यू। तो पहला असीं कह चुके कि जिहड़ी साडी भारती सभ्याचार है वह जारी रहेगी। इन द पास्ट इट हैज रिसीव्ड, अडॉप्टेड एंड डाइजेस्टेड एलिमेंट्स ऑफ डिफरेंट कल्चर्स ऑफ द वर्ल्ड। पास्ट दे विच इसने रिसीव किया है, प्राप्त किया है, अडॉप्ट उसनूं मन्निया है, डाइजेस्ट उसनूं हजम किया है कई सारे एलीमेंट्स नूं। एलीमेंट मतलब कई चीज़ां नूं जिहड़े कि संसार के डिफरेंट कल्चर च मौजूद सीगियां। असीं बेटा चैप्टर च पढ़िया है कि देखो साडे भारत दे विच ग्रीक्स भी आए हैं, ईरानियन भी आए हैं, यूरोपियन भी आए हैं, मैसोपोटामियम आए हैं, रोमन आए हैं, किन्ने बंदे आए हैं। तो जो ऐदा दे इंसान साडे भारतीय सभ्याचार च दाखिल होए तो अपना कल्चर भी तो लैके आए सी। उन्हां दे कल्चर नूं साडे हिंदू सिविलाइजेशन ने, साडी इंडियन सिविलाइजेशन ने अडॉप्ट करिया, रिसीव करिया, डाइजेस्ट करिया। इन फ्यूचर भविख दे विच इट विल एसिमिलेट द वैसटर्न कल्चर। एसिमिलेट का मतलब फिर संजो लेना। ये आने वाले समय दे विच अपने अंदर सजो लवेगी किनू? वैसटर्न कल्चर नूं, पश्चिमी कल्चर नूं भी सजो लेगी। बट इट्स कल्चरल ट्रेडिशन विल कंटिन्यू। पर इसका अपना जिहड़ा ट्रेडिशन है, परंपरावां ने, सभ्याचारक परंपरावां ने वह जारी रहणगियां। ठीक है, बाहरली सभ्यतावां नूं इसने अपनाया, अपनाती रही है भारतीय सभ्यता। आने वाले समय च वैसटर्न कल्चर नूं भी अपनाऊगी, पर यह अपने ट्रेडिशनस नूं भी नाल नाल लैके जाऊगी। 8th क्वेश्चन कि व्हाट डज द हैरीटेज ऑफ इंडिया कंसिस्ट ऑफ? कि साडे भारत का जिहड़ा हैरीटेज है, हैरीटेज का मतलब होंदा बेटा विरसा। साडे हैरीटेज दे विच, भारतीय सभ्यता के हैरीटेज दे विच की कुछ है? कंसिस्ट ऑफ का मतलब होंदा की चीज़ शामिल है इस? द हैरीटेज ऑफ इंडिया कंसिस्ट ऑफ दिस एंशियंट कल्चर एंड ट्रेडिशंस। तो साडे भारत का जिहड़ा विरसा है उस दे विच है की है? इसका पुरातन सभ्याचार अते परंपरावां। कल्चर का मतलब सभ्याचार हुंदा बेटा, ते ट्रेडिशन मैं बार बार दस्सिया परंपरावां हुंदियां ने। इट्स ग्लोरीअस पास्ट, इहदे विच इसदा शानदार पास्ट भी शामिल है। ग्लोरीअस का मतलब हुंदा बेटा शानदार। साडे भारतीय हैरीटेज दे विच इसदा ग्लोरीअस पास्ट भी शामिल है। होली बुक्स भी शामिल ने, रामायण, महाभारत, दुष्यंत एंड शकुंतला है ना, उर्वशी ते पूरव, ये सारियां देखो आईयां ने, ये शामिल ने। अते लिटरेचर भी शामिल है। एंड इट्स पीसफुल एंड जेंटल वे ऑफ लाइफ। अते साडे भारत की जिहड़ी एक जिंदगी है, एक भारतीय इंसान की जिहड़ी जिंदगी है बड़ी पीसफुल है, बड़ी जेंटल है, प्यारी जी है, शांति प्रिय है, वह भी इस शामिल है। याद करो आपां चैप्टर च पढ़िया सी कि साडी जिहड़ी इंडियन वे ऑफ लाइफ है ना, इहदे विच दो चीज़ां ने,
ਗ੍ਰੇਸਫੁਲਨੈਸ ਐਂਡ ਚਾਰਮ। ਮੈਂ ਤੁਹਾਨੂੰ ਪੜ੍ਹਾਇਆ ਸੀਗਾ ਚੈਪਟਰ 'ਚ। ਇਹ ਦੋ ਚੀਜ਼ਾਂ, ਇੱਕ ਤਾਂ ਨਿਮਰ ਹੈ, ਸਾਡੀ ਫੂਫਾ ਵਾਲੀ ਲਾਈਫ ਨਹੀਂ ਹੈ ਭਾਰਤੀ ਲੋਕਾਂ ਦੀ, ਸਿੰਪਲ ਜਿਹੇ ਕੱਪੜੇ ਪਾਉਂਦੇ ਨੇ, ਸਿੰਪਲ ਜਿਹਾ ਖਾਣਾ ਖਾਂਦੇ ਨੇ, ਸਿੰਪਲ ਜਿਹੇ ਘਰਾਂ 'ਚ ਰਹਿੰਦੇ ਨੇ। ਤਾਂ ਇਹਦੀ ਜਿਹੜੀ ਇਹ ਗ੍ਰੇਸਫੁਲਨੈਸ ਹੈ ਤੇ ਜਿਹੜੀ ਇਹਦੀ ਚਾਮ ਹੈ, ਇਹ ਸਾਰੀ ਦੁਨੀਆ ਦੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਉਹੀ ਇੱਥੇ ਕਿਹਾ ਗਿਆ। ਇੰਪੋਰਟੈਂਟ ਕੁਐਸਚਨ ਹੈ ਜੀ ਇਹ, 8ਵਾਂ ਪੇਪਰ 'ਚ ਆਉਣ ਵਾਲਾ ਕੁਐਸਚਨ ਹੈ। 9th question, what changes have taken place in Indian caste system? ਸਾਡੇ ਭਾਰਤੀ ਕਾਸਟ ਸਿਸਟਮ ਦੇ ਵਿੱਚ, ਭਾਰਤੀ ਜਾਤ ਪਾਤ ਦੇ ਸਿਸਟਮ ਦੇ ਵਿੱਚ ਕਿਹੜੀਆਂ ਚੇਂਜਸ ਆਈਆਂ ਨੇ? what changes ਇੰਡੀਅਨ ਕਾਸਟ ਸਿਸਟਮ ਦੇ ਵਿੱਚ? ਆਨਸਰ ਹੈ ਜੀ ਦਾ 올ਡ ਕਾਸਟ ਸਿਸਟਮ ਇਜ਼ ਵੈਨਿਸ਼ਿੰਗ ਰੈਪਿਡਲੀ, ਕਿ ਜਿਹੜਾ 올ਡ ਕਾਸਟ ਸਿਸਟਮ ਹੈ ਉਹ ਵੈਨਿਸ਼ਿੰਗ ਦਾ ਮਤਲਬ ਖਤਮ ਹੋ ਰਿਹਾ ਹੈ, ਰੈਪਿਡਲੀ ਦਾ ਮਤਲਬ ਤੇਜ਼ੀ ਨਾਲ, ਇਹ ਖਤਮ ਹੋ ਰਿਹਾ ਹੈ। ਅੱਜ ਕੱਲ ਕੋਈ ਜਾਤ ਪਾਤ ਵਾਲੀ ਗੱਲ ਨਹੀਂ ਰਹੀ। ਇਨ ਬੱਸਿਸ, ਟ੍ਰੇਨਸ ਐਂਡ ਐਰੋਪਲੇਨਸ ਬ੍ਰਾਹਮਣਸ ਟਰੈਵਲ ਵਿਦ ਦਾ ਲੋਅਰ ਕਾਸਟ। ਹੁਣ ਦੇਖੋ ਬੱਸਾਂ ਦੇ ਵਿੱਚ, ਟ੍ਰੇਨਸ ਦੇ ਵਿੱਚ, ਐਰੋਪਲੇਨਸ ਦੇ ਵਿੱਚ ਬ੍ਰਾਹਮਣ ਲੋਕ, ਜਿਨ੍ਹਾਂ ਨੂੰ ਉੱਚੀ ਜਾਤ ਦੇ ਲੋਕ ਮੰਨਿਆ ਜਾਂਦਾ ਹੈ, ਉਹ ਲੋਅਰ ਕਾਸਟ ਦੇ ਲੋਕਾਂ ਦੇ ਨਾਲ ਟਰੈਵਲ ਕਰਦੇ ਨੇ। ਇਹਦਾ ਨਹੀਂ ਕਿ ਐਰੋਪਲੇਨ ਬ੍ਰਾਹਮਣਾਂ ਲਈ ਲੱਗ ਚੱਲ ਰਹੇ ਨੇ, ਬੱਸਾਂ ਲੱਗ ਚੱਲ ਰਹੀਆਂ ਨੇ। ਬੱਸਾਂ ਸਾਰਿਆਂ ਦੇ ਲਈ ਨੇ, ਕੋਈ ਵੀ ਸਫ਼ਰ ਕਰ ਸਕਦਾ, ਉਹਦੇ 'ਚ ਕੋਈ ਜਾਤ ਪਾਤ ਵਾਲੀ ਗੱਲ ਨਹੀਂ ਹੈ। ਟੈਂਪਲਸ ਆਰ ਓਪਨ ਟੂ ਵਨ ਐਂਡ ਆਲ। ਵਨ ਐਂਡ ਆਲ ਦਾ ਮਤਲਬ ਹੁੰਦਾ ਸਾਰੇ, ਵਨ ਐਂਡ ਆਲ ਫਰੇਜ਼ ਹੈ ਬੇਟਾ, ਇਕੱਠੇ ਆਉਂਦਾ ਹੈ। ਹੁਣ ਟੈਂਪਲਸ ਅੱਜ ਹੁਣ ਸਾਰਿਆਂ ਲਈ ਓਪਨ ਹੋ ਗਏ। ਕਿਸੇ ਟਾਈਮ ਅਨਟਚੇਬਿਲਿਟੀ ਚੱਲਦੀ ਸੀਗੀ ਕਿ ਟੈਂਪਲਸ 'ਚ ਲੋਅਰ ਕਾਸਟ ਵਾਲੇ ਲੋਕਾਂ ਨੂੰ ਵੜਨ ਨਹੀਂ ਸੀ ਦਿੱਤਾ ਜਾਂਦਾ, ਦਰਸ਼ਨ ਨਹੀਂ ਸੀ ਕਰਨ ਦਿੱਤਾ ਜਾਂਦਾ। ਈਵਨ ਕਿ ਕਈ ਟੈਂਪਲ 'ਚ ਇਸਤਰੀਆਂ ਨੂੰ ਸੀ ਜਾਣ ਨਹੀਂ ਦਿੱਤਾ ਜਾਂਦਾ, ਲੇਡੀਜ਼ ਨਹੀਂ ਸੀ ਜਾ ਸਕਦੀਆਂ। ਲੇਕਿਨ ਅੱਜ ਕੱਲ੍ਹ ਅਜਿਹਾ ਨਹੀਂ ਹੈ, ਲੇਡੀਜ਼ ਵੀ ਜਾਂਦੀਆਂ ਨੇ, ਸਾਰੀਆਂ ਕਾਸਟ ਦੇ ਪੀਪਲ ਲੋਕ ਜਾ ਕੇ ਮੱਥਾ ਟੇਕਦੇ ਹਨ। ਆਲ ਕਾਸਟ ਆਰ ਇਕੁਅਲ ਅਕੋਰਡਿੰਗ ਟੂ ਲਾ, ਇਹ ਪਹਿਲਾਂ ਵੀ ਲਾਈਨ ਆਈ ਹੈ ਕਿ ਸਾਰੀਆਂ ਜਾਤਾਂ ਕਾਨੂੰਨ ਦੇ ਮੁਤਾਬਕ ਬਰਾਬਰ ਨੇ। ਇੰਡੀਅਨ ਸੋਸਾਇਟੀ ਇਜ਼ ਫ੍ਰੀ ਫਰੋਮ ਅਨਟਚੇਬਿਲਿਟੀ ਸਿਸਟਮ। ਸਾਡਾ ਭਾਰਤੀ ਸਮਾਜ ਹੁਣ ਫ੍ਰੀ ਹੈ ਅਨਟਚੇਬਿਲਿਟੀ ਸਿਸਟਮ ਤੋਂ। ਅਨਟਚੇਬਿਲਿਟੀ ਮੈਂ ਤੁਹਾਨੂੰ ਸਮਝਾ ਚੁੱਕਿਆ ਕਿ ਜਦੋਂ ਉੱਚੀ ਜਾਤ ਵਾਲੇ ਲੋਕ ਲੋਅਰ ਕਾਸਟ ਵਾਲੇ ਲੋਕਾਂ ਦੇ ਨਾਲ ਮਿਲਣਾ ਜੁਲਣਾ ਪਸੰਦ ਨਹੀਂ ਸੀ ਕਰਦੇ, ਉਹਨੂੰ ਆਪਾਂ ਇੰਗਲਿਸ਼ ਕੀ ਕਹਿੰਦੇ ਸੀ? ਅਨਟਚੇਬਿਲਿਟੀ। ਲੇਕਿਨ ਹੁਣ ਅਨਟਚੇਬਿਲਿਟੀ ਵਾਲੀ ਕੋਈ ਗੱਲ ਨਹੀਂ ਰਹੀ। ਤਾਂ ਸਟੂਡੈਂਟਸ, ਇਸੇ ਦੇ ਨਾਲ ਸਾਡੇ ਇਸ ਚੈਪਟਰ ਦੇ ਕੁਐਸਚਨ ਆਨਸਰ ਸਾਰੇ ਕਵਰ ਹੁੰਦੇ ਨੇ। ਉਮੀਦ ਹੈ ਬੱਚਿਓ ਤੁਹਾਨੂੰ ਇਹ 9 ਦੇ 9 ਕੁਐਸਚਨ ਆਨਸਰ ਸਮਝ ਆ ਗਏ ਹੋਣਗੇ। ਇਹ ਚੈਪਟਰ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ। ਤਾਂ ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਬੱਚਿਓ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ +2 ਇੰਗਲਿਸ਼ ਇਲੈਕਟਿਵ ਦੇ ਬਣਾਏ ਹੋਏ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਚੈਪਟਰ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ, ਧੰਨਵਾਦ।